ਡੀਏ ਕੇਸ 'ਚ ਵੱਡਾ ਧੋਖਾ। ਡੀਏ ਲਮਕਾਉਣ ਦੀ ਪੂਰੀ ਤਿਆਰੀ। ਹਾਈ ਕੋਰਟ 'ਚ ਫੈਸਲੇ ਦੀ ਘੜੀ ਨੇੜੇ। ਸਰਕਾਰ ਨੇ ਚੱਲੀ ਨਵੀਂ ਚਾਲ। ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਵਾਈ ਉੱਤੇ ਟਿਕੀਆਂ ਹੋਈਆਂ ਹਨ। ਅੱਜ ਬੁੱਧਵਾਰ 22 ਜੁਲਾਈ ਦਾ ਦਿਨ ਰਾਜ ਦੇ ਲਗਭਗ 7 ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅਤਿਅੰਤ ਮਹੱਤਵਪੂਰਨ ਅਤੇ ਨਿਰਣਾਇਕ ਸਾਬਤ ਹੋ ਸਕਦਾ ਹੈ। ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਯਾਨੀ ਡੀਏ ਦੇ ਬਕਾਏ ਅਤੇ ਅਪਡੇਟ ਲਈ ਅਦਾਲਤੀ ਲੜਾਈ ਲੜ ਰਹੇ ਕਰਮਚਾਰੀ ਅੱਜ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਰ ਮੁਲਾਜ਼ਮ ਦੇ ਮਨ ਵਿੱਚ ਇੱਕੋ ਹੀ ਸਵਾਲ ਹੈ ਕਿ ਕੀ ਅੱਜ ਹਾਈ ਕੋਰਟ ਵੱਲੋਂ ਡੀਏ ਬਾਰੇ ਕੋਈ ਅੰਤਿਮ ਹੁਕਮ ਸੁਣਾਇਆ ਜਾਵੇਗਾ ਜਾਂ ਫਿਰ ਇਹ ਕਾਨੂੰਨੀ ਜੰਗ ਹਾਲੇ ਹੋਰ ਲੰਮੀ ਚੱਲੇਗੀ। ਪਰ ਇਸ ਸਭ ਦੇ ਵਿਚਕਾਰ ਇੱਕ ਅਜਿਹਾ ਨਵਾਂ ਅਤੇ ਹੈਰਾਨੀਜਨਕ ਘਟਨਾਕ੍ਰਮ ਸਾਹਮਣੇ ਆਇਆ ਹੈ ਜਿਸ ਨੇ ਪੂਰੇ ਕੇਸ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਦੀ ਇਸ ਅਹਿਮ ਸੁਣਵਾਈ ਤੋਂ ਠੀਕ ਪਹਿਲਾਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਮੁਲਾਜ਼ਮ ਵਰਗ ਵਿੱਚ ਭਾਰੀ ਬੇਚੈਨੀ ਅਤੇ ਰੋਸ ਫੈਲ ਗਿਆ ਹੈ। ਅਦਾਲਤ ਦੇ ਪਿਛਲੇ ਹੁਕਮਾਂ ਮੁਤਾਬਕ ਅੱਜ ਦੀ ਤਾਰੀਖ ਤੱਕ ਇੱਕ ਅਹਿਮ ਰਿਟ ਪਟੀਸ਼ਨ ਦੇ ਸੰਬੰਧ ਵਿੱਚ ਲਿਖਤੀ ਜਵਾਬ ਦਾਖਲ ਕੀਤਾ ਜਾਣਾ ਸੀ, ਪਰ ਲਿਖਤੀ ਜਵਾਬ ਦੇਣ ਦੀ ਥਾਂ ਇੱਕ ਨਵੀਂ ਚਾਲ ਚੱਲਦਿਆਂ ਮੁੜ ਵਿਚਾਰ ਅਰਜ਼ੀ ਯਾਨੀ ਰਿਵਿਊ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ। ਇਸ ਕਦਮ ਨੂੰ ਮੁਲਾਜ਼ਮ ਆਗੂ ਅਤੇ ਕਾਨੂੰਨੀ ਮਾਹਰ ਕੇਸ ਨੂੰ ਹੋਰ ਲਮਕਾਉਣ ਦੀ ਇੱਕ ਸੁਚੇਤ ਕੋਸ਼ਿਸ਼ ਵਜੋਂ ਦੇਖ ਰਹੇ ਹਨ। ਅਜਿਹਾ ਲੱਗਦਾ ਹੈ ਕਿ ਡੀਏ ਦਾ ਭੁਗਤਾਨ ਕਰਨ ਦੀ ਥਾਂ ਇਸ ਮਾਮਲੇ ਨੂੰ ਹੋਰ ਸਮੇਂ ਲਈ ਅੱਗੇ ਪਾਉਣ ਦੀ ਪੂਰੀ ਯੋਜਨਾ ਬਣਾਈ ਗਈ ਹੈ। ਇਸ ਪੂਰੀ ਖੇਡ ਅਤੇ ਚਲਾਕੀ ਨੂੰ ਸਮਝਣ ਲਈ ਸਾਨੂੰ ਇਸ ਕੇਸ ਦੇ ਪੂਰੇ ਪਿਛੋਕੜ ਅਤੇ ਤੱਥਾਂ ਦੀ ਗਹਿਰਾਈ ਵਿੱਚ ਜਾਣਾ ਪਵੇਗਾ। ਦਰਅਸਲ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਸਿੰਗਲ ਬੈਂਚ ਵੱਲੋਂ 8 ਅਪ੍ਰੈਲ 2026 ਨੂੰ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਸੀ। ਉਸ ਫੈਸਲੇ ਵਿੱਚ ਹਦਾਇਤ ਕੀਤੀ ਗਈ ਸੀ ਕਿ 30 ਜੂਨ ਤੱਕ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ ਅਪਡੇਟ ਕੀਤਾ ਜਾਵੇ ਅਤੇ ਉਹਨਾਂ ਦੇ ਬਕਾਏ ਦਾ ਭੁਗਤਾਨ ਕੀਤਾ ਜਾਵੇ। ਪਰ ਇਸ ਫੈਸਲੇ ਨੂੰ ਮੰਨਣ ਦੀ ਥਾਂ 2 ਕਾਨੂੰਨੀ ਅਪੀਲਾਂ ਯਾਨੀ LPAs ਦਾਖਲ ਕਰ ਦਿੱਤੀਆਂ ਗਈਆਂ। ਇੱਕ ਅਪੀਲ ਸਰਕਾਰ ਵੱਲੋਂ ਅਤੇ ਦੂਜੀ ਅਪੀਲ ਪਾਵਰ ਕਾਰਪੋਰੇਸ਼ਨ ਵੱਲੋਂ ਦਾਖਲ ਕੀਤੀ ਗਈ। ਇਹਨਾਂ ਅਪੀਲਾਂ ਉੱਤੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਕੋਲ ਲਗਾਤਾਰ ਸੁਣਵਾਈ ਚੱਲਦੀ ਰਹੀ। 1 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਲਗਾਤਾਰ ਦਿਨ-ਬ-ਦਿਨ ਬਹਿਸ ਹੋਈ। 17 ਜੁਲਾਈ ਨੂੰ ਮਾਣਯੋਗ ਜੱਜ ਸਾਹਿਬਾਨ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਇਸ ਕੇਸ ਨਾਲ ਸੰਬੰਧਿਤ ਦੋਵਾਂ ਧਿਰਾਂ ਦੀਆਂ ਸਾਰੀਆਂ ਦਲੀਲਾਂ ਅਤੇ ਆਰਗੂਮੈਂਟਸ ਮੁਕੰਮਲ ਹੋ ਚੁੱਕੇ ਹਨ। ਹੁਣ ਇਸ ਮਾਮਲੇ ਵਿੱਚ ਹੋਰ ਕੋਈ ਬਹਿਸ ਨਹੀਂ ਹੋਵੇਗੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ 22 ਜੁਲਾਈ ਯਾਨੀ ਅੱਜ ਦੀ ਤਾਰੀਖ ਨਿਰਧਾਰਿਤ ਕੀਤੀ ਸੀ। ਪਰ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ 14 ਜੁਲਾਈ ਨੂੰ ਸਿੰਗਲ ਬੈਂਚ ਕੋਲ ਚੱਲ ਰਹੀ ਡੀਏ ਨਾਲ ਹੀ ਸੰਬੰਧਿਤ ਇੱਕ ਹੋਰ ਸਹਾਰਾ ਪਟੀਸ਼ਨ ਉੱਤੇ ਸੁਣਵਾਈ ਹੋਈ। ਸਿੰਗਲ ਬੈਂਚ ਨੇ ਇਹ ਦੇਖਦੇ ਹੋਏ ਕਿ ਡੀਏ ਦਾ ਮੁੱਖ ਮੁੱਦਾ ਪਹਿਲਾਂ ਹੀ ਡਬਲ ਬੈਂਚ ਵਿੱਚ ਸੁਣਿਆ ਜਾ ਰਿਹਾ ਹੈ, ਹੁਕਮ ਦਿੱਤਾ ਕਿ ਇਸ ਪਟੀਸ਼ਨ ਨੂੰ ਵੀ ਡਬਲ ਬੈਂਚ ਦੀਆਂ ਚੱਲ ਰਹੀਆਂ LPAs ਨਾਲ ਜੋੜ ਦਿੱਤਾ ਜਾਵੇ। ਇਸ ਉਪਰੰਤ ਡਬਲ ਬੈਂਚ ਨੇ ਹਦਾਇਤ ਕੀਤੀ ਸੀ ਕਿ ਇਸ ਨਵੀਂ ਪਟੀਸ਼ਨ ਤੇ ਸੋਮਵਾਰ 20 ਜੁਲਾਈ ਤੱਕ ਲਿਖਤੀ ਜਵਾਬ ਦਾਖਲ ਕੀਤਾ ਜਾਵੇ। ਨਾਲ ਹੀ ਪਟੀਸ਼ਨਰਾਂ ਯਾਨੀ ਮੁਲਾਜ਼ਮਾਂ ਦੇ ਵਕੀਲਾਂ ਨੂੰ ਕਿਹਾ ਗਿਆ ਸੀ ਕਿ ਉਹ 21 ਜੁਲਾਈ ਤੱਕ ਆਪਣਾ ਪ੍ਰਤੀਕਰਮ ਜਾਂ ਜਵਾਬੀ ਲਿਖਤ ਪੇਸ਼ ਕਰਨ ਤਾਂ ਜੋ 22 ਜੁਲਾਈ ਯਾਨੀ ਅੱਜ ਇਸ ਪੂਰੇ ਮਾਮਲੇ ਉੱਤੇ ਅੰਤਿਮ ਕਾਰਵਾਈ ਕੀਤੀ ਜਾ ਸਕੇ। ਪਰ ਜਦੋਂ 20 ਜੁਲਾਈ ਨੂੰ ਲਿਖਤੀ ਜਵਾਬ ਦਾਖਲ ਕਰਨ ਦਾ ਵੇਲਾ ਆਇਆ ਤਾਂ ਜਵਾਬ ਦੇਣ ਦੀ ਥਾਂ ਉਸੇ ਸਿੰਗਲ ਬੈਂਚ ਕੋਲ ਇੱਕ ਰਿਵਿਊ ਪਟੀਸ਼ਨ ਦਾਖਲ ਕਰ ਦਿੱਤੀ ਗਈ। ਇਸ ਰਿਵਿਊ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਕਿ 14 ਜੁਲਾਈ ਵਾਲੇ ਉਸ ਆਦੇਸ਼ ਨੂੰ ਵਾਪਸ ਲਿਆ ਜਾਵੇ ਜਿਸ ਰਾਹੀਂ ਕੇਸ ਨੂੰ ਡਬਲ ਬੈਂਚ ਨਾਲ ਜੋੜਿਆ ਗਿਆ ਸੀ। ਅਰਜ਼ੀ ਵਿੱਚ ਇਹ ਤਰਕ ਦਿੱਤਾ ਗਿਆ ਕਿ 8 ਅਪ੍ਰੈਲ ਦੇ ਫੈਸਲੇ ਵਿਰੁੱਧ ਪਾਈਆਂ ਗਈਆਂ LPAs ਦਾ ਕੇਸ ਵੱਖਰਾ ਹੈ ਅਤੇ ਇਹ ਪਟੀਸ਼ਨ ਵੱਖਰੀ ਹੈ, ਇਸ ਲਈ ਇਸ ਨੂੰ ਕਲੱਬ ਯਾਨੀ ਇਕੱਠਾ ਨਾ ਕੀਤਾ ਜਾਵੇ ਅਤੇ ਇਸ ਦੀ ਸੁਣਵਾਈ ਸਿੰਗਲ ਬੈਂਚ ਕੋਲ ਹੀ ਵੱਖਰੇ ਤੌਰ ਤੇ ਕੀਤੀ ਜਾਵੇ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਕਦਮ ਕਿਉਂ ਚੁੱਕਿਆ ਗਿਆ। ਇਸ ਨਵੇਂ ਹਾਲਾਤ ਉੱਤੇ ਜਦੋਂ ਵੱਖ-ਵੱਖ ਕਾਨੂੰਨੀ ਮਾਹਰਾਂ ਅਤੇ ਮੁਲਾਜ਼ਮ ਆਗੂਆਂ ਵਿਚਕਾਰ ਗਹਿਰੀ ਚਰਚਾ ਹੋਈ ਤਾਂ ਕਈ ਬੇਹੱਦ ਹੈਰਾਨ ਕਰ ਦੇਣ ਵਾਲੇ ਪਹਿਲੂ ਸਾਹਮਣੇ ਆਏ। ਚਰਚਾ ਦੌਰਾਨ ਇੱਕ ਸੀਨੀਅਰ ਕਾਨੂੰਨੀ ਮਾਹਰ ਦਾ ਕਹਿਣਾ ਸੀ ਕਿ ਇਹ ਸਿੱਧੇ ਤੌਰ ਤੇ ਕੇਸ ਨੂੰ ਲਮਕਾਉਣ ਦਾ ਇੱਕ ਤਰੀਕਾ ਹੈ। ਉਹਨਾਂ ਮੁਤਾਬਕ ਜੇਕਰ ਸਰਕਾਰ ਨੂੰ ਕੇਸਾਂ ਨੂੰ ਇਕੱਠੇ ਕਰਨ ਉੱਤੇ ਕੋਈ ਇਤਰਾਜ਼ ਸੀ ਤਾਂ ਇਹ ਇਤਰਾਜ਼ 14 ਜੁਲਾਈ ਨੂੰ ਹੀ ਉਠਾਇਆ ਜਾਣਾ ਚਾਹੀਦਾ ਸੀ। ਪਰ ਪੂਰੀ ਬਹਿਸ ਖਤਮ ਹੋਣ ਤੱਕ ਉਡੀਕ ਕੀਤੀ ਗਈ ਅਤੇ ਜਦੋਂ ਅਦਾਲਤ ਵਿੱਚ ਅੰਤਿਮ ਫੈਸਲੇ ਦਾ ਵੇਲਾ ਆਇਆ ਉਦੋਂ ਹੀ ਰਿਵਿਊ ਪਟੀਸ਼ਨ ਦਾਖਲ ਕੀਤੀ ਗਈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਸਿੰਗਲ ਬੈਂਚ ਇਸ ਰਿਵਿਊ ਪਟੀਸ਼ਨ ਨੂੰ ਸੁਣਵਾਈ ਲਈ ਪ੍ਰਵਾਨ ਕਰ ਲੈਂਦਾ ਹੈ
ਤਾਂ ਕੇਸ ਮੁੜ ਤੋਂ ਲੰਮੀ ਪ੍ਰਕਿਰਿਆ ਵਿੱਚ ਉਲਝ ਜਾਵੇਗਾ। ਚਰਚਾ ਵਿੱਚ ਹਿੱਸਾ ਲੈ ਰਹੇ ਇੱਕ ਹੋਰ ਮਾਹਿਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਾਨੂੰਨੀ ਤੌਰ ਤੇ ਰਿਵਿਊ ਪਟੀਸ਼ਨ ਪਾਉਣ ਦਾ ਹੱਕ ਹਰ ਧਿਰ ਕੋਲ ਹੁੰਦਾ ਹੈ। ਜੇਕਰ ਸਿੰਗਲ ਬੈਂਚ ਇਸ ਅਰਜ਼ੀ ਨੂੰ ਖਾਰਜ ਕਰ ਦਿੰਦਾ ਹੈ ਤਾਂ ਫਿਰ ਜਵਾਬ ਦੇਣ ਤੋਂ ਬਚਣ ਦਾ ਕੋਈ ਰਸਤਾ ਨਹੀਂ ਰਹੇਗਾ ਅਤੇ ਮਾਮਲਾ ਤੁਰੰਤ ਡਬਲ ਬੈਂਚ ਕੋਲ ਹੀ ਨਿਪਟਾਇਆ ਜਾਵੇਗਾ। ਪਰ ਜੇਕਰ ਅਦਾਲਤ ਇਸ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਇਸ ਨਾਲ ਮੁਲਾਜ਼ਮਾਂ ਨੂੰ ਆਪਣੇ ਡੀਏ ਦੇ ਹੱਕ ਲਈ ਅਜੇ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ। ਇਸੇ ਚਰਚਾ ਦੌਰਾਨ ਇੱਕ ਹੋਰ ਵਕੀਲ ਦਾ ਕਹਿਣਾ ਸੀ ਕਿ ਡਬਲ ਬੈਂਚ ਵਿੱਚ ਚੱਲ ਰਹੀਆਂ ਮੁੱਖ ਐਲਪੀਐਸ ਦਾ ਕੇਸ ਬਿਲਕੁਲ ਅਲੱਗ ਹੈ। ਉਸ ਕੇਸ ਵਿੱਚ ਬਹਿਸ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ ਅਤੇ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਲਿਖ ਦਿੱਤਾ ਹੈ ਕਿ ਹੁਣ ਹੋਰ ਕੋਈ ਬਹਿਸ ਨਹੀਂ ਹੋਵੇਗੀ। ਇਸ ਲਈ ਡਬਲ ਬੈਂਚ ਚਾਹੇ ਤਾਂ ਇਸ ਰਿਵਿਊ ਪਟੀਸ਼ਨ ਦੀ ਪਰਵਾਹ ਕੀਤੇ ਬਿਨਾਂ ਮੁੱਖ ਕੇਸ ਉੱਤੇ ਆਪਣਾ ਨਿਰਣਾ ਸੁਣਾ ਸਕਦੀ ਹੈ, ਪਰ ਇਹ ਸਭ ਕੁਝ ਅਦਾਲਤੀ ਕਾਰਵਾਈ ਅਤੇ ਜੱਜ ਸਾਹਿਬਾਨ ਦੇ ਰੁਖ ਉੱਤੇ ਨਿਰਭਰ ਕਰੇਗਾ। ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪਿਛਲੇ 4.25 ਸਾਲਾਂ ਤੋਂ ਜੋ ਮੁਲਾਜ਼ਮ ਜਥੇਬੰਦੀਆਂ ਸੜਕਾਂ ਤੇ ਟੈਂਕੀਆਂ ਤੇ ਚੜ੍ਹ ਕੇ ਲਾਠੀਆਂ ਖਾ ਕੇ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਦਾ ਹੱਕ ਕਿੱਥੇ ਹੈ? ਜਿਹੜੀਆਂ 5-6 ਪ੍ਰਮੁੱਖ ਮੰਗਾਂ ਸਨ, ਉਹਨਾਂ ਤੇ ਅੱਜ ਤੱਕ ਸਰਕਾਰ ਨਾਲ ਸਹਿਮਤੀ ਕਿਉਂ ਨਹੀਂ ਬਣੀ? ਮੁਲਾਜ਼ਮਾਂ ਦਾ ਪੈਂਡਿੰਗ ਡੀਏ ਦੇਣ ਲੱਗੇ ਸਰਕਾਰ ਦੇ ਹੱਥ ਕਿਉਂ ਕੰਬ ਰਹੇ ਨੇ? ਜਦੋਂ ਮੁਲਾਜ਼ਮਾਂ ਦੀ ਸੁਣਵਾਈ ਸਰਕਾਰ ਦੇ ਦਰਬਾਰ ਵਿੱਚ ਨਹੀਂ ਹੋਈ ਤਾਂ ਅੱਜ ਉਹਨਾਂ ਦੀ ਆਖਰੀ ਉਮੀਦ ਦੀ ਕਿਰਨ ਸਿਰਫ ਅਤੇ ਸਿਰਫ ਹਾਈ ਕੋਰਟ ਤੇ ਟਿਕੀ ਹੋਈ ਹੈ। ਪਰ ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਇੱਕ ਰੋਣਾ ਹੈ ਅਤੇ ਉਹ ਰੋਣਾ ਹੈ ਖਾਲੀ ਖਜ਼ਾਨੇ ਅਤੇ ਕਰਜ਼ੇ ਦਾ। ਹੁਣ ਆਪਾਂ ਗੱਲ ਕਰਦੇ ਹਾਂ ਉਸ ਕਾਰਨ ਦੀ ਜਿਸ ਕਰਕੇ ਸਰਕਾਰ ਮੁਲਾਜ਼ਮਾਂ ਨੂੰ ਪੈਸੇ ਦੇਣ ਤੋਂ ਭੱਜ ਰਹੀ ਹੈ। ਸਾਲ 2026 ਵਿੱਚ ਭਗਵੰਤ ਮਾਨ ਸਰਕਾਰ ਨੇ ਮਾਰਕੀਟ ਤੋਂ ਰਿਕਾਰਡ ਤੋੜ ਕਰਜ਼ਾ ਲਿਆ ਹੈ। ਹਾਲਾਂਕਿ ਸਰਕਾਰ ਇਸ ਨੂੰ ਰੂਟੀਨ ਵਿੱਤੀ ਪ੍ਰਬੰਧਨ ਦੱਸਦੀ ਹੈ, ਪਰ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਹੈ। ਅਜੇ 2 ਦਿਨ ਪਹਿਲਾਂ ਯਾਨੀ 10 ਜੁਲਾਈ 2026 ਨੂੰ ਪੰਜਾਬ ਦੇ ਫਾਈਨੈਂਸ ਵਿਭਾਗ ਨੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ 1000 ਕਰੋੜ ਦਾ ਤਾਜ਼ਾ ਕਰਜ਼ਾ ਹੋਰ ਲਿਆ ਜਾ ਰਿਹਾ ਹੈ। ਇਹ ਸਟੇਟ ਡਿਵੈਲਪਮੈਂਟ ਲੋਨ ਦੀ ਰੀ-ਇਸ਼ੂਐਂਸ ਹੈ, ਜਿਸ ਦੀ ਨਿਲਾਮੀ ਆਰਬੀਆਈ ਰਾਹੀਂ ਹੋਵੇਗੀ। ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਅਜਿਹੀ ਦਲਦਲ ਵਿੱਚ ਥੱਕ ਰਹੀ ਹੈ ਜਿੱਥੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸਿਰਫ ਇਸੇ ਵਿੱਤੀ ਸਾਲ 2026-27 ਵਿੱਚ ਸਰਕਾਰ ਨੇ ਕਿੰਨੀ ਵਾਰ ਅਤੇ ਕਿੰਨਾ ਕਰਜ਼ਾ ਚੁੱਕਿਆ ਹੈ। ਸਰਕਾਰ ਦਾ ਨੈਟ ਬੋਰੋਇੰਗ ਦਾ ਟੀਚਾ ਹੀ 38000 ਤੋਂ 43000 ਕਰੋੜ ਦਾ ਹੈ। ਜੇਕਰ ਮਹੀਨਾਵਾਰ ਆંકੜੇ ਦੇਖੀਏ ਤਾਂ ਅਪ੍ਰੈਲ 2026 ਵਿੱਚ ਲਗਭਗ 2800 ਕਰੋੜ ਦਾ ਕਰਜ਼ਾ ਲਿਆ ਗਿਆ। ਮਈ 2026 ਵਿੱਚ 12 ਤੋਂ 18 ਸਾਲ ਦੇ ਬੌਂਡਾਂ ਰਾਹੀਂ 2500 ਕਰੋੜ ਹੋਰ ਚੁੱਕੇ ਗਏ। ਜੂਨ 2026 ਵਿੱਚ 1000 ਤੋਂ 1500 ਕਰੋੜ ਦੀ ਐਡੀਸ਼ਨਲ ਬੋਰੋਇੰਗ ਦੀ ਨੋਟੀਫਿਕੇਸ਼ਨ ਆਈ ਅਤੇ ਹੁਣ ਜੁਲਾਈ 2026 ਤੱਕ ਇਸ ਨਵੀਂ 1000 ਕਰੋੜ ਦੀ ਰਕਮ ਨੂੰ ਮਿਲਾ ਕੇ ਸਿਰਫ ਪਹਿਲੀ ਤਿਮਾਹੀ ਵਿੱਚ ਹੀ 6300 ਤੋਂ 9500 ਕਰੋੜ ਦਾ ਕਰਜ਼ਾ ਲਿਆ ਜਾ ਚੁੱਕਾ ਹੈ ਅਤੇ ਅਗਲੀ ਤਿਮਾਹੀ ਜੁਲਾਈ-ਸਤੰਬਰ ਲਈ 8800 ਕਰੋੜ ਦੀ ਹੋਰ ਤਿਆਰੀ ਹੈ। ਅੱਜ ਦੀ ਸੁਣਵਾਈ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਮੁਲਾਜ਼ਮਾਂ ਦੀ ਵਕੀਲ ਟੀਮ ਨੇ ਵੀ ਇਸ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੀ ਪੂਰੀ ਤਿਆਰੀ ਕਰ ਲਈ ਹੈ। ਮੁਲਾਜ਼ਮ ਸੰਗਠਨਾਂ ਦੇ ਲੀਡਰ ਪਲ-ਪਲ ਦੀ ਕਾਰਵਾਈ ਉੱਤੇ ਨਜ਼ਰ ਰੱਖ ਰਹੇ ਹਨ। ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਅੱਜ ਇਸੇ ਸੁਣਵਾਈ ਦੀ ਚਰਚਾ ਹੈ। ਕਰਮਚਾਰੀ ਅਤੇ ਪੈਨਸ਼ਨਰ ਇੱਕ ਦੂਜੇ ਨੂੰ ਫੋਨ ਕਰਕੇ ਅਤੇ ਸੁਨੇਹੇ ਭੇਜ ਕੇ ਅਦਾਲਤੀ ਕਾਰਵਾਈ ਦਾ ਅਪਡੇਟ ਲੈ ਰਹੇ ਹਨ। ਅੱਜ ਹਾਈ ਕੋਰਟ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਕੀ ਅਦਾਲਤ ਇਸ ਰਿਵਿਊ ਪਟੀਸ਼ਨ ਨੂੰ ਖਾਰਜ ਕਰਕੇ ਮੁਲਾਜ਼ਮਾਂ ਦੇ ਹੱਕ ਵਿੱਚ ਅੰਤਿਮ ਫੈਸਲੇ ਵੱਲ ਵਧਦੀ ਹੈ ਜਾਂ ਫਿਰ ਕੇਸ ਨੂੰ ਵੱਖਰਾ ਕਰਕੇ ਇੱਕ ਨਵੀਂ ਤਾਰੀਖ ਦਿੱਤੀ ਜਾਂਦੀ ਹੈ। ਲੱਖਾਂ ਪਰਿਵਾਰਾਂ ਦੀਆਂ ਆਸਾਂ ਅੱਜ ਅਦਾਲਤ ਦੇ ਆਦੇਸ਼ ਉੱਤੇ ਟਿਕੀਆਂ ਹੋਈਆਂ ਹਨ। ਹਰ ਕੋਈ ਇਹ ਦੇਖਣਾ ਚਾਹੁੰਦਾ ਹੈ ਕਿ ਅੱਜ ਹਾਈ ਕੋਰਟ ਤੋਂ ਮੁਲਾਜ਼ਮਾਂ ਲਈ ਖੁਸ਼ਖਬਰੀ ਆਉਂਦੀ ਹੈ ਜਾਂ ਇੰਤਜ਼ਾਰ ਦਾ ਲੰਮਾ ਦੌਰ ਅਜੇ ਹੋਰ ਜਾਰੀ ਰਹੇਗਾ। ਉਧਰ ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਪੰਜਾਬ ਭਰ ਵਿੱਚ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਹੈ। ਮੁਲਾਜ਼ਮਾਂ ਨੇ ਬਾਕਾਇਦਾ ਚਿੱਠੀ ਲਿਖ ਕੇ ਮੁਕੰਮਲ ਹੜਤਾਲ ਕੀਤੀ ਹੈ। ਇਸ ਹੜਤਾਲ ਦਾ ਸੁਨੇਹਾ ਸਿਰਫ ਇੰਨਾ ਹੀ ਹੈ ਕਿ ਪੰਜਾਬ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਮੁਲਾਜ਼ਮਾਂ ਦੀ ਅਹਿਮੀਅਤ ਕਿੰਨੀ ਹੁੰਦੀ ਹੈ। ਪਰ ਮੁਲਾਜ਼ਮਾਂ ਦਾ ਏਕਾ ਪੰਜਾਬ ਸਰਕਾਰ ਨੂੰ ਗੋਡਿਆਂ ਪਾਰ ਕਰ ਸਕਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।